ਗੁੱਡ ਮਾਰਨਿੰਗ ਫਰੈਂਡਸ। ਸੋ ਅੱਜ ਦੀ ਵੀਡੀਓ ਵਿੱਚ ਆਪਾਂ ਡਿਸਕਸ ਕਰਾਂਗੇ ਜੀ 27 ਮਾਰਚ 2021 ਦੇ ਕਰੰਟ ਅਫੇਅਰਸ ਦੇ ਬੈਸਟ ਕੁਐਸਚਨਸ। ਠੀਕ ਹੈ, 27 ਮਾਰਚ 2021 ਦੇ ਜਿੰਨੇ ਵੀ ਬੈਸਟ ਕਰੰਟ ਅਫੇਅਰ ਦੇ ਕੁਐਸਚਨ ਹੋਣਗੇ ਆਪਾਂ ਸਾਰੇ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਸੋ ਚਲਿਏ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ। ਸੋ ਅੱਜ ਦਾ ਦੇਖਦੇ ਹਾਂ ਜੀ ਸਭ ਤੋਂ ਪਹਿਲਾ ਕੁਐਸਚਨ। ਸਭ ਤੋਂ ਪਹਿਲਾ ਜਿਹੜਾ ਸਾਡੇ ਕੋਲ ਕੁਐਸਚਨ ਹੈਗਾ ਜੀ, ਯੂਨਾਈਟਿਡ ਸਟੇਟਸ ਟੁਗੈਦਰ ਵਿਦ ਵਿਚ ਕੰਟਰੀ ਬਿਗਨ ਅ ਜੁਆਇੰਟ ਮਿਲਟਰੀ ਐਕਸਰਸਾਈਜ਼ ਗਾਸਵੈਕਸ 21। ਠੀਕ ਹੈ ਜੀ। ਸੋ ਗਾਸਵੈਕਸ 21 ਜਿਹੜੀ ਇਹ ਮਿਲਟਰੀ ਐਕਸਰਸਾਈਜ਼ ਕੀਤੀ ਹੈ ਅਮਰੀਕਾ ਨੇ। ਠੀਕ ਹੈ ਜੀ, ਕਿਹਨੇ ਕੀਤੀ ਹੈ? ਅਮਰੀਕਾ ਨੇ। ਕਿਹੜੇ ਕਿਹੜੇ ਦੇਸ਼ਾਂ ਦੇ ਨਾਲ ਮਿਲ ਕੇ ਕੀਤੀ ਹੈ? ਬੈਲਜੀਅਮ, ਫਰਾਂਸ ਐਂਡ ਜਾਪਾਨ। ਠੀਕ ਹੈ ਜੀ, ਬੈਲਜੀਅਮ, ਫਰਾਂਸ ਐਂਡ ਜਾਪਾਨ ਜਿਹੜੇ ਤਿੰਨ ਦੇਸ਼ ਨੇ, ਇਹਨਾਂ ਨਾਲ ਮਿਲ ਕੇ ਅਮਰੀਕਾ ਨੇ ਇਹ ਮਿਲਟਰੀ ਐਕਸਰਸਾਈਜ਼ ਕੀਤੀ ਆ। ਜਿਹੜੀ ਇਹ ਮਿਲਟਰੀ ਐਕਸਰਸਾਈਜ਼ ਕੀਤੀ ਹੈ ਇਹ ਕਿੱਥੇ ਹੋਈ ਸੀ? ਅਰਬੀਅਨ ਸੀ ਅਤੇ ਓਮਾਨ। ਠੀਕ ਹੈ ਜੀ, ਗਲਫ ਆਫ ਓਮਾਨ ਐਂਡ ਅਰਬੀਅਨ ਸੀ, ਉੱਥੇ ਉੱਥੇ ਦੋ ਜਗ੍ਹਾ ਦੇ ਉੱਪਰ ਇਹ ਹੋਈ ਹੈ ਇਹ ਮਿਲਟਰੀ ਐਕਸਰਸਾਈਜ਼। ਠੀਕ ਹੈ ਜੀ, ਉਹ ਜਿਹੜੀ ਇਹ ਮਿਲਟਰੀ ਐਕਸਰਸਾਈਜ਼ ਹੈ ਇਸ ਦੀ ਫੁੱਲ ਫਾਰਮ ਕੀ ਹੈ? ਇਸ ਦੀ ਫੁੱਲ ਫਾਰਮ ਹੈਗੀ ਹੈ ਗਰੁੱਪ ਅਰਬੀਅਨ ਸੀ ਵਾਰਫੇਅਰ ਐਕਸਰਸਾਈਜ਼। ਠੀਕ ਹੈ ਜੀ, ਗਰੁੱਪ ਅਰਬੀਅਨ ਸੀ ਵਾਰਫੇਅਰ ਐਕਸਰਸਾਈਜ਼ ਇਸ ਐਕਸਰਸਾਈਜ਼ ਦਾ ਪੂਰਾ ਨਾਮ ਹੈ। ਸੋ ਦੇਸ਼ਾਂ ਦਾ ਜ਼ਰੂਰ ਨਾਮ ਯਾਦ ਰੱਖਣਾ ਹੈ, ਬੈਲਜੀਅਮ, ਫਰਾਂਸ ਅਤੇ ਜਾਪਾਨ। ਇਹ ਤਿੰਨ ਦੇਸ਼ਾਂ ਨਾਲ ਮਿਲ ਕੇ ਅਮਰੀਕਾ ਨੇ ਇਹ ਮਿਲਟਰੀ ਐਕਸਰਸਾਈਜ਼ ਕੀਤੀ ਹੈ ਗਾਸਵੈਕਸ 21। ਠੀਕ ਹੈ ਜੀ। ਸੋ ਤਿੰਨੇ ਆਪਾਂ ਦੇਸ਼ਾਂ ਬਾਰੇ ਦੇਖ ਲੈਂਦੇ ਹਾਂ। ਸਭ ਤੋਂ ਪਹਿਲਾਂ ਜਿਹੜਾ ਦੇਸ਼ ਹੈਗਾ ਸਾਡੇ ਕੋਲ ਬੈਲਜੀਅਮ ਜਿਹੜਾ ਦੇਸ਼ ਹੈ ਉਸਦੀ ਕੈਪੀਟਲ ਹੈਗੀ ਹੈ ਬਰੂਜ਼ੈਲਸ। ਇੱਥੇ ਕਰੰਸੀ ਚੱਲਦੀ ਹੈ ਜੀ ਯੂਰੋ। ਔਰ ਬੈਲਜੀਅਮ ਦੇ ਮੁੱਖ ਮੰਤਰੀ ਕੌਣ ਨੇ? ਅਲੈਗਜ਼ੈਂਡਰ ਦੀ ਕ੍ਰੋ। ਠੀਕ ਹੈ, ਅਲੈਗਜ਼ੈਂਡਰ ਦੀ ਕ੍ਰੋ ਇਹ ਪ੍ਰਾਈਮ ਮਿਨਿਸਟਰ ਨੇ ਬੈਲਜੀਅਮ ਦੇ। ਔਰ ਨੈਕਸਟ ਸਾਡੇ ਕੋਲ ਦੇਸ਼ ਹੈਗਾ ਜੀ ਫਰਾਂਸ ਦੇਸ਼ ਦੀ ਕੈਪੀਟਲ ਹੈਗੀ ਜੀ ਪੈਰਿਸ। ਫਰਾਂਸ ਦੇ ਪ੍ਰੈਜ਼ੀਡੈਂਟ ਹੈਗੇ ਨੇ ਇਮੈਨੂਅਲ ਮੈਕਰੋਨ। ਔਰ ਫਰਾਂਸ ਦੀ ਕਰੰਸੀ ਹੈਗੀ ਹੈ ਯੂਰੋ ਐਂਡ ਫਰੈਂਕ। ਠੀਕ ਹੈ ਜੀ, ਯੂਰੋ ਐਂਡ ਫਰੈਂਕ ਇਹ ਹੈਗੀ ਹੈ ਫਰਾਂਸ ਦੇ ਵਿੱਚ ਜਿਹੜੀ ਕਰੰਸੀ ਚੱਲਦੀ ਹੈ। ਨੈਕਸਟ ਸਾਡੇ ਕੋਲ ਦੇਸ਼ ਹੈਗਾ ਜੀ ਜਾਪਾਨ ਜਿਹੜਾ ਦੇਸ਼ ਹੈ ਉਸ ਦੀ ਕੈਪੀਟਲ ਹੈਗੀ ਜੀ ਟੋਕੀਓ। ਜਾਪਾਨ ਦੇ ਵਿੱਚ ਲੈਂਗੁਏਜ ਚੱਲਦੀ ਹੈ ਜੀ ਜੈਪਨੀਜ਼। ਉੱਥੇ ਕਰੰਸੀ ਅਸੀਂ ਯੂਜ਼ ਕਰਦੇ ਜੀ YEN। ਠੀਕ ਹੈ ਜੀ, ਪ੍ਰਾਈਮ ਮਿਨਿਸਟਰ ਕੌਣ ਨੇ ਜਪਾਨ ਦੇ? ਯੋਸ਼ੀਹਿਡੇ ਸੁਗਾ। ਔਰ ਜਾਪਾਨ ਦੇ ਪ੍ਰੈਜ਼ੀਡੈਂਟ ਕੌਣ ਨੇ? ਸ਼ਿੰਜੋ ਐਬੇ। ਸੋ ਪ੍ਰੈਜ਼ੀਡੈਂਟ ਜ਼ਰੂਰ ਯਾਦ ਰੱਖਣਾ ਜੀ ਸ਼ਿੰਜੋ ਐਬੇ। ਇਹ ਕਾਫੀ ਟਾਈਮ ਤੋਂ ਇਹੀ ਨੇ ਜਾਪਾਨ ਦੇ ਪ੍ਰੈਜ਼ੀਡੈਂਟ ਸ਼ਿੰਜੋ ਐਬੇ। ਠੀਕ ਹੈ ਜੀ, ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ। ਸੋ ਮੈਂ ਹੁਣ ਤੁਹਾਨੂੰ ਬੈਲਜੀਅਮ ਦਿਖਾਉਣਾ ਸਭ ਤੋਂ ਪਹਿਲਾਂ ਵਰਲਡ ਮੈਪ ਦੇ ਵਿੱਚ। ਇਹ ਜਿਹੜਾ ਤੁਸੀਂ ਦੇਸ਼ ਦੇਖ ਰਹੇ ਹੋ ਇਹ ਹੈਗਾ ਜੀ ਬੈਲਜੀਅਮ ਦੇਸ਼। ਔਰ ਹੁਣ ਮੈਂ ਤੁਹਾਨੂੰ ਦਿਖਾਉਣਾ ਜੀ ਫਰਾਂਸ। ਇਹ ਜਿਹੜੀ ਤੁਸੀਂ ਫੋਟੋ ਦੇਖ ਰਹੇ ਹੋ ਇਹ ਦੇਸ਼ ਹੈਗਾ ਜੀ ਫਰਾਂਸ ਦੇਸ਼, ਜਿਸ ਦੀ ਕੈਪੀਟਲ ਹੈਗੀ ਜੀ ਪੈਰਿਸ। ਔਰ ਇੱਥੋਂ ਦੇ ਪ੍ਰੈਜ਼ੀਡੈਂਟ ਕੌਣ ਨੇ? ਇਮੈਨੂਅਲ ਮੈਕਰੋਨ। ਔਰ ਹੁਣ ਮੈਂ ਤੁਹਾਨੂੰ ਦਿਖਾਉਣਾ ਜੀ ਜਾਪਾਨ ਦੇਸ਼। ਇਹ ਜਾਪਾਨ ਦੇਸ਼ ਹੈ ਜੀ। ਸੋ ਜਾਪਾਨ ਦੇਸ਼ ਦੀ ਕੈਪੀਟਲ ਹੈਗੀ ਜੀ ਟੋਕੀਓ। ਕਰੰਸੀ ਚੱਲਦੀ ਹੈ ਇੱਥੇ ਯੈਨ। ਔਰ ਪ੍ਰੈਜ਼ੀਡੈਂਟ ਹੈਗੇ ਨੇ ਸ਼ਿੰਜੋ ਐਬੇ। ਦੇਖਦੇ ਜੀ ਆਪਾਂ ਨੈਕਸਟ ਕੁਐਸਚਨ ਹੈਗਾ ਆਪਣੇ ਕੋਲੇ ICC ਇੰਟਰਨੈਸ਼ਨਲ ਕ੍ਰਿਕਟ ਕਾਊਂਸਲ। ਉਹਨਾਂ ਨੇ ਕਿ ਨੰਬਰ 1 ਪਲੇਅਰ ਜਿਹੜੇ ਹੈਗੀ ਆ ਉਸ ਦੀ ਕੀ ਰੈਂਕਿੰਗ ਬਣਾਈ ਆ, ਉਸ ਦੇ ਵਿੱਚ ਕਿਸ ਦਾ ਨਾਮ ਆਇਆ ICC T20 ਕ੍ਰਿਕਟ ਦੇ ਵਿੱਚ। ਸੋ ਉਸ ਦੇ ਵਿੱਚ ਸਭ ਤੋਂ ਪਹਿਲੇ ਰੈਂਕ ਦੇ ਉੱਪਰ ਆਈ ਹੈ ਜੀ ਸ਼ਿਫਾਲੀ ਵਰਮਾ। ਠੀਕ ਹੈ ਜੀ, ਸ਼ਿਫਾਲੀ ਵਰਮਾ ਕੌਣ ਹੈ? ਇਹ ਇੰਡੀਅਨ ਕ੍ਰਿਕਟਰ ਹੈ ਜਿਹੜੀ ਸਾਡੀ ਇੰਡੀਅਨ ਟੀਮ ਲਈ ਖੇਡਦੀ ਆ। ਠੀਕ ਹੈ ਜੀ, ਇਸ ਦੀ ਉਮਰ ਕਿੰਨੀ ਸੀ? 15 ਸਾਲ ਦੀ ਸੀਗੀ 2019 ਦੇ ਵਿੱਚ, ਜਦੋਂ ਕਿ ਇਹ ਯੰਗੈਸਟ ਕ੍ਰਿਕਟਰ ਬਣ ਗਈ। ਠੀਕ ਹੈ, ਯੰਗੈਸਟ ਕ੍ਰਿਕਟਰ ਬਣ ਗਈ ਜਿਸ ਨੇ ਕਿ ਵੂਮੈਨ T20 ਇੰਟਰਨੈਸ਼ਨਲ ਮੈਚ ਖੇਡਿਆ 2019 ਦੇ ਵਿੱਚ ਇੰਡੀਆ ਲਈ। ਠੀਕ ਹੈ ਜੀ, ਸੋ ਸਿਰਫ 15 ਸਾਲ ਦੀ ਉਮਰ ਸੀ। ਔਰ ਹੁਣ ਇਸ ਦੀ ਉਮਰ 17 ਸਾਲ ਹੈ। 2004 ਦੀ ਬੋਰਨ ਹੈ। ਇਹ ਰੋਹਤਕ ਦੀ ਰਹਿਣ ਵਾਲੀ ਆ। ਰੋਹਤਕ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਹਰਿਆਣਾ ਦੇ ਵਿੱਚ ਹੈ। ਰੋਹਤਕ ਸ਼ਹਿਰ ਕਿੱਥੇ ਜੀ? ਹਰਿਆਣਾ ਦੇ ਵਿੱਚ। ਹਰਿਆਣਾ ਦੀ ਕੈਪੀਟਲ ਹੈਗੀ ਜੀ ਚੰਡੀਗੜ੍ਹ। ਠੀਕ ਹੈ, ਹਰਿਆਣਾ ਦਿਖਾ ਦੇਣਾ ਤੁਹਾਨੂੰ ਮੈਂ ਇੰਡੀਆ ਮੈਪ ਦੇ ਵਿੱਚ। ਠੀਕ ਹੈ ਜੀ, ਇਹ ਜੋ ਤੁਸੀਂ ਸਟੇਟ ਦੇਖ ਰਹੇ ਹੋ ਇਹ ਹੈਗੀ ਹਰਿਆਣਾ, ਜਿਸ ਦੀ ਕੈਪੀਟਲ ਹੈਗੀ ਚੰਡੀਗੜ੍ਹ। ਔਰ ਹਰਿਆਣਾ ਦੇ ਗਵਰਨਰ ਹੈਗੇ ਨੇ ਸਤਿਆਦੇਵ ਨਾਰਾਇਣ ਆਰਿਆ। ਔਰ ਹਰਿਆਣਾ ਦੇ ਮੁੱਖ ਮੰਤਰੀ ਕੌਣ ਨੇ? ਮਨੋਹਰ ਲਾਲ ਖੱਟਰ ਜੀ। ਠੀਕ ਹੈ ਜੀ, ਸੋ ਕਾਫੀ ਇੰਪੋਰਟੈਂਟ ਕੁਐਸਚਨ ਹੈ। ਸੋ ਹੁਣ ਆਪਾਂ ਨੈਕਸਟ ਕੁਐਸਚਨ ਦੇਖਦੇ ਹਾਂ। ਨੈਕਸਟ ਕੁਐਸਚਨ ਇਜ਼ ਵੈਰੀ ਇੰਪੋਰਟੈਂਟ। ਠੀਕ ਹੈ, ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਇਹ। ਸੋ 30% ਸੈਲਰੀ ਇਨਕਰੀਜ਼ ਕਿਹੜੇ ਸਟੇਟ ਇੰਪਲੋਈਜ਼ ਦੀ ਹੋਈ ਹੈ? ਠੀਕ ਹੈ ਜੀ, 30% ਸੈਲਰੀ ਵੱਧ ਗਈ ਉਹਨਾਂ ਦੀ, ਇਨਕਰੀਜ਼ ਹੋ ਗਿਆ। ਕਿਹੜੀ ਸਟੇਟ ਹੈ? ਸੋ ਇਹ ਸਾਡੇ ਕੋਲ ਸਟੇਟ ਹੈਗੀ ਜੀ ਤੇਲੰਗਨਾ। ਠੀਕ ਹੈ ਜੀ, ਤੇਲੰਗਨਾ ਜਿਹੜੀ ਸਟੇਟ ਹੈ, ਆਂਧਰਾ ਪ੍ਰਦੇਸ਼ ਜਿਹੜੀ ਸਟੇਟ ਸੀ ਉਸ ਨੂੰ ਡਿਵਾਈਡ ਕਰਕੇ ਇੱਕ ਨਵੀਂ ਸਟੇਟ ਬਣਾਈ ਗਈ ਸੀ ਉਸ ਦੇ ਵਿੱਚੋਂ ਹੀ। ਸੋ ਉਸਦਾ ਨਾਮ ਹੈਗਾ ਜੀ ਤੇਲੰਗਨਾ। ਠੀਕ ਹੈ, ਸੋ ਉੱਥੋਂ ਦੇ ਜਿਹੜੇ ਆਲ ਸਟੇਟ ਗੌਰਮੈਂਟ ਇੰਪਲਾਈਜ਼ ਨੇ ਜਾਂ ਟੀਚਰਸ ਨੇ, ਠੀਕ ਹੈ, ਉਹਨਾਂ ਦੀ 30% ਸੈਲਰੀ ਹਾਈਕ ਹੋ ਜਾਏਗਾ। 11ਵਾਂ ਪੇ ਕਮਿਸ਼ਨ ਦਿੱਤਾ ਜਾ ਰਿਹਾ ਉਹਨਾਂ ਨੂੰ। ਠੀਕ ਹੈ, ਇਹ ਅਨਾਊਂਸਮੈਂਟ ਕਿਹਨੇ ਕੀਤੀ ਆ? ਸੋ ਤੇਲੰਗਨਾ ਦੇ ਜਿਹੜੇ ਮੁੱਖ ਮੰਤਰੀ ਨੇ ਕੇ ਚੰਦਰ ਸ਼ੇਖਰ ਰਾਓ।
ਠੀਕ ਹੈ। ਸੋ ਉਹਨਾਂ ਨੇ ਇਹ ਅਨਾਊਂਸਮੈਂਟ ਕੀਤੀ ਹੈ। ਕਦੋਂ ਤੋਂ ਇੰਪਲੀਮੈਂਟ ਕਰਨਗੇ? 1 ਅਪ੍ਰੈਲ 2021 ਤੋਂ ਇਹ ਜਿਹੜੇ ਇਹ ਇੰਪਲੀਮੈਂਟ ਕਰ ਦੇਣਗੇ, ਮਤਲਬ 30% ਸੈਲਰੀ ਵਾਧਾ ਦੇ ਦੇਣਗੇ। ਇਹ ਇਕੱਲੇ ਗੌਰਮੈਂਟ ਇੰਪਲਾਈਜ਼ ਨੂੰ ਨਹੀਂ ਮਿਲੇਗਾ, ਇਹ ਜਿਹੜੇ ਕੰਟਰੈਕਟ ਇੰਪਲਾਈਜ਼ ਨੇ ਉਹਨਾਂ ਨੂੰ ਵੀ ਮਿਲੇਗਾ, ਆਊਟਸੋਰਸਿੰਗ ਇੰਪਲਾਈਜ਼ ਨੇ ਉਹਨਾਂ ਨੂੰ ਵੀ ਮਿਲੇਗਾ, ਹੋਮ ਗਾਰਡਸ ਨੂੰ ਵੀ ਮਿਲੇਗਾ, ਆਂਗਣਵਾੜੀ ਵਰਕਰ ਨੇ, ਆਸ਼ਾ ਵਰਕਰਸ ਨੇ, ਵਿੱਦਿਆ ਵਲੰਟੀਅਰਸ ਨੇ, ਸਰਵ ਸਿੱਖਿਆ ਅਭਿਆਨ ਇੰਪਲਾਈਜ਼ ਨੇ, ਸਾਰੇ ਇੰਪਲਾਈਜ਼ ਨੂੰ ਕੀ ਸੈਲਰੀ ਦਾ ਵਾਧਾ ਦੇਤਾ ਉਹਨਾਂ ਨੇ। ਇਹਦੇ ਨਾਲ ਕੀ ਜਿਹੜੇ 9,17,000 ਇੰਪਲਾਈਜ਼ ਨੇ ਸਟੇਟ ਦੇ ਵਿੱਚ, ਸਾਰਿਆਂ ਨੂੰ ਕੀ ਫਾਇਦਾ ਹੋਏਗਾ। ਠੀਕ ਹੈ ਜੀ। ਸੋ ਬਹੁਤ ਹੀ ਵਧੀਆ ਗੱਲ ਹੈ। ਸੋ ਬਾਕੀ ਸਟੇਟਾਂ ਨੂੰ ਵੀ ਇਹ ਸਿੱਖਣਾ ਚਾਹੀਦਾ। ਠੀਕ ਹੈ। ਸੋ ਪੰਜਾਬ ਦੇ ਵਿੱਚ ਸਾਰਿਆਂ ਨੂੰ ਪਤਾ ਕਿ ਜਦੋਂ ਵੀ ਕੋਈ ਸੈਲਰੀ ਇਨਕਰੀਜ਼ ਦੀ ਗੱਲ ਹੁੰਦੀ ਆ ਤਾਂ ਸਾਡੇ ਜਿਹੜੇ ਮਾਣਯੋਗ ਵਿੱਤ ਮੰਤਰੀ ਜੀ ਨੇ, ਸੋ ਉਹਨਾਂ ਵੱਲੋਂ ਇਹੀ ਸਟੇਟਮੈਂਟ ਹੁੰਦੀ ਹੈ ਕਿ ਯਾਰ ਪੰਜਾਬ ਦਾ ਤਾਂ ਖਜ਼ਾਨਾ ਖਾਲੀ ਹੈ। ਠੀਕ ਹੈ। ਸੋ ਉਹਨਾਂ ਨੂੰ ਸਿੱਖਣਾ ਚਾਹੀਦਾ। ਪਤਾ ਨਹੀਂ ਇੱਥੇ ਤੇਲੰਗਾਨਾ ਦੇ ਕਿਸ ਤਰ੍ਹਾਂ ਖਜ਼ਾਨੇ ਭਰੇ ਜਾ ਰਹੇ ਨੇ, ਜਿਹੜਾ 30% ਸੈਲਰੀ ਇਨਕਰੀਜ਼ ਦਿੱਤਾ। ਸੋ ਜਿਹੜੇ ਨਵੇਂ ਇੰਪਲਾਈਜ਼ ਆ ਰਹੇ ਨੇ ਪੰਜਾਬ ਦੇ ਵਿੱਚ, ਪ੍ਰੋਬੇਸ਼ਨ ਪੀਰੀਅਡ ਦੇ ਟਾਈਮ 'ਤੇ ਫਿਕਸ ਸੈਲਰੀ ਦਿੱਤੀ ਜਾਂਦੀ ਹੈ। ਸੋ ਬਹੁਤ ਹੀ ਜਿਹੜਾ ਹੈ ਸ਼ੋਸ਼ਣ ਕੀਤਾ ਜਾਂਦਾ ਇੰਪਲਾਈਜ਼ ਦਾ। ਸਿਰਫ 10,000 ਸੈਲਰੀ ਦਿੱਤੀ ਜਾਂਦੀ ਆ 3 ਸਾਲ ਵਾਸਤੇ। ਠੀਕ ਹੈ। ਸੋ ਕਿਸੇ ਸਟੇਟ 'ਚ ਨਹੀਂ ਹੈਗਾ। ਸੋ ਆਈ ਥਿੰਕ ਇਹ ਵੀ ਖਤਮ ਹੋਣਾ ਚਾਹੀਦਾ ਹੈ। ਸੋ ਸਾਨੂੰ ਸਾਰਿਆਂ ਨੂੰ ਮਿਲ ਕੇ ਇਹ ਆਵਾਜ਼ ਉਠਾਉਣੀ ਚਾਹੀਦੀ ਆ ਔਰ ਸਾਡਾ ਇਹ ਮੈਸੇਜ ਪੰਜਾਬ ਸਰਕਾਰ ਤੱਕ ਪਹੁੰਚਾਉਣਾ ਚਾਹੀਦਾ। ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ। ਠੀਕ ਹੈ, ਤਾਂ ਕਿ ਇਹ ਸਾਡਾ ਮੈਸੇਜ ਪੰਜਾਬ ਸਰਕਾਰ ਤੱਕ ਪਹੁੰਚ ਸਕੇ। ਠੀਕ ਹੈ ਜੀ। ਸੋ ਤੇਲੰਗਾਨਾ ਜਿਹੜੀ ਸਟੇਟ ਹੈ ਉਹ ਦੇਖ ਲਓ ਕਿੱਥੇ ਹੈ ਇਹ ਇੰਡੀਆ ਮੈਪ ਦੇ ਵਿੱਚ। ਇਹ ਜੋ ਤੁਸੀਂ ਸਟੇਟ ਦੇਖ ਰਹੇ ਹੋ ਇਹ ਤੇਲੰਗਾਨਾ ਸਟੇਟ ਹੈ, ਜਿਸ ਦੀ ਕੈਪੀਟਲ ਹੈਗੀ ਜੀ ਹੈਦਰਾਬਾਦ। ਔਰ ਤੇਲੰਗਾਨਾ ਦੇ ਗਵਰਨਰ ਹੈਗੇ ਤਾਮਿਲਸਈ ਸੌਂਦਰਾਰਾਜਨ। ਔਰ ਤੇਲੰਗਾਨਾ ਦੇ ਮੁੱਖ ਮੰਤਰੀ ਹੈ ਕੇ ਚੰਦਰ ਸ਼ੇਖਰ ਰਾਓ, ਜਿਸ ਨੂੰ KCR ਵੀ ਬੋਲਦੇ ਆ। ਠੀਕ ਹੈ, ਕੇ ਚੰਦਰ ਸ਼ੇਖਰ ਰਾਓ ਇਹ ਹੈਗੇ ਨੇ ਚੀਫ ਮਿਨਿਸਟਰ ਆਫ ਤੇਲੰਗਾਨਾ। ਠੀਕ ਹੈ ਜੀ। ਤੇਲੰਗਾਨਾ ਦੇ ਜਿਹੜੀ ਸਟੇਟ ਹੈ ਇਹ ਆਂਧਰਾ ਪ੍ਰਦੇਸ਼ ਦੇ ਵਿੱਚੋਂ ਬਣਾਈ ਗਈ ਸੀ। ਠੀਕ ਹੈ, ਆਂਧਰਾ ਪ੍ਰਦੇਸ਼। ਪਹਿਲਾਂ ਆਂਧਰਾ ਪ੍ਰਦੇਸ਼ ਦੀ ਕੈਪੀਟਲ ਹੁੰਦੀ ਸੀਗੀ ਜੀ ਹੈਦਰਾਬਾਦ। ਹੁਣ ਆਂਧਰਾ ਪ੍ਰਦੇਸ਼ ਦੀ ਨਵੀਂ ਕੈਪੀਟਲ ਬਣਾ ਦਿੱਤੀ ਗਈ ਅਮਰਾਵਤੀ। ਠੀਕ ਹੈ, ਆਂਧਰਾ ਪ੍ਰਦੇਸ਼ ਦੀ ਕੈਪੀਟਲ ਕਿਹੜੀ ਬਣਾਤੀ ਅਸੀਂ? ਅਮਰਾਵਤੀ। ਔਰ ਤੇਲੰਗਾਨਾ ਜਿਹੜੀ ਸਟੇਟ ਹੈ ਉਸ ਦੀ ਕੈਪੀਟਲ ਕਿਹੜੀ ਜੀ? ਹੈਦਰਾਬਾਦ। ਠੀਕ ਹੈ ਜੀ। ਸੋ ਨੈਕਸਟ ਕੁਐਸਚਨ ਦੇਖੋ। ਨੈਕਸਟ ਕੁਐਸਚਨ ਹੈਗਾ ਕਿ ਕਿਹੜੀ ਸਟੇਟ ਹੈ ਜਿਸ ਨੇ ਕੀ ਹੈ 3 ਵੂਮੈਨ ਪੈਕ ਬਟਾਲੀਅਨਸ ਬਣਾਈ ਹੈ, ਇਸਟੈਬਲਿਸ਼ਮੈਂਟ ਕੀਤੀ ਹੈ। ਠੀਕ ਹੈ, ਪੈਕ ਇਹ ਬਣਾਈ ਹੈ ਜੀ ਉੱਤਰ ਪ੍ਰਦੇਸ਼ ਨੇ, UP ਨੇ ਬਣਾਈ ਹੈ। ਠੀਕ ਹੈ, ਉੱਤਰ ਪ੍ਰਦੇਸ਼। ਪੈਕ ਦੀ ਫੁੱਲ ਫਾਰਮ ਹੁੰਦੀ ਹੈ ਪ੍ਰੋਵਿੰਸ਼ੀਅਲ ਆਰਮਡ ਕੌਂਸਟੇਬਲਰੀ। ਠੀਕ ਹੈ ਜੀ, ਪ੍ਰੋਵਿੰਸ਼ੀਅਲ ਆਰਮਡ ਕੌਂਸਟੇਬਲਰੀ। ਇਹ ਬਟਾਲੀਅਨਸ ਬਣਾਈਆਂ ਨੇ, 3 ਬਣਾਈਆਂ ਨੇ ਇਹ। 3 ਇਹਨਾਂ ਦੀਆਂ ਵੂਮੈਨ ਵਾਰੀਅਰਸ ਸੀਗੀਆਂ UP ਦੀਆਂ, ਜਿਨ੍ਹਾਂ ਦੀ ਯਾਦਗਾਰੀ ਦੇ ਵਿੱਚ ਇਹ 3 ਬਟਾਲੀਅਨਸ ਬਣਾਈਆਂ ਨੇ। ਜਿਹੜੀਆਂ ਇਹ 3 ਵੂਮੈਨ ਵਾਰੀਅਰ ਸੀ, ਇਹਨਾਂ ਨੇ ਸੈਕਰੀਫਾਈਸ ਕੀਤਾ ਸੀ ਦੈਮਸੈਲਫ, ਆਪਣੇ ਆਪ ਨੂੰ ਸੈਕਰੀਫਾਈਸ ਕਰਤਾ ਇੰਡੀਆ ਦੀ ਜਿਹੜੀ ਫਰੀਡਮ ਸਟਰਗਲ ਹੋਈ ਸੀ। ਠੀਕ ਹੈ, ਜਿਹੜੀ ਅਸੀਂ ਆਜ਼ਾਦੀ ਦੀ ਲੜਾਈ ਲੜੀ ਸੀ। ਇਹ 3 ਲੇਡੀ ਕਿਹੜੀਆਂ ਸੀ? ਇੱਕ ਹੈਗੀ ਸੀ ਰਾਣੀ ਅਵੰਤੀ ਬਾਈ ਲੋਧੀ, ਸੈਕਿੰਡ ਹੈਗੀ ਸੀ ਉਦਾ ਦੇਵੀ, ਥਰਡ ਹੈਗੀ ਸੀ ਜਲਖਾਰੀ ਬਾਈ। ਠੀਕ ਹੈ, ਸੋ ਇਹ 3 ਲੇਡੀ ਸੀਗੀਆਂ ਜਿਨ੍ਹਾਂ ਨੇ ਕਿ ਆਜ਼ਾਦੀ ਦੀ ਲੜਾਈ ਦੇ ਵਿੱਚ ਬਹੁਤ ਹੀ ਮੇਨ ਰੋਲ ਅਦਾ ਕੀਤਾ। ਠੀਕ ਹੈ, ਔਰ ਇੱਕ ਤੁਸੀਂ ਹੋਰ ਸੁਣਿਆ ਹੈਗਾ ਬੁੰਦੇਲਖੰਡ ਦੀ ਲੜਾਈ ਸੁਣੀ ਹੋਏਗੀ। ਬੁੰਦੇਲਖੰਡ ਦੀ ਜਿਹੜੀ ਲੜਾਈ ਹੋਈ ਸੀ ਇਹ ਬਿਗ ਰੋਲ ਪਲੇ ਕੀਤਾ ਸੀ ਸਾਡੀ ਆਜ਼ਾਦੀ ਦੀ ਲੜਾਈ ਦੇ ਵਿੱਚ। ਠੀਕ ਹੈ, ਬ੍ਰਿਟਿਸ਼ ਰੂਲ ਨੂੰ ਖਤਮ ਕਰਨ ਦੇ ਵਿੱਚ ਬੁੰਦੇਲਖੰਡ ਦੀ ਜਿਹੜੀ ਲੜਾਈ ਹੋਈ ਸੀ ਉਸਨੇ ਮੇਨ ਰੋਲ ਅਦਾ ਕੀਤਾ ਸੀ। ਔਰ ਜਿਹੜੀ ਇਹ ਬੁੰਦੇਲਖੰਡ ਦੀ ਲੜਾਈ ਹੋਈ ਸੀ ਉਸ ਦੇ ਵਿੱਚ ਜਿਹੜੀ ਰਾਣੀ ਲਕਸ਼ਮੀ ਬਾਈ ਸੀ ਉਹ ਤਾਂ ਝਾਂਸੀ ਨੂੰ ਰਿਪਰੈਜ਼ੈਂਟ ਕਰ ਰਹੀ ਸੀ। ਔਰ ਜਿਹੜੀ ਰਾਣੀ ਅਵੰਤੀ ਬਾਈ ਲੋਢਾ ਸੀਗੀ ਇਹ ਰਾਮਗੜ੍ਹ ਤੋਂ ਰਿਪਰੈਜ਼ੈਂਟ ਕਰ ਰਹੀ ਸੀ। ਠੀਕ ਹੈ, ਸੋ ਇਹ ਮੂਵਮੈਂਟ ਦੇ ਵਿੱਚ ਇਹਨਾਂ ਦਾ ਮੇਨ ਰੋਲ ਸੀਗਾ। ਸੋ ਜਿਹੜੀ ਇਹ ਰਾਣੀ ਲਕਸ਼ਮੀ ਬਾਈ ਅਤੇ ਰਾਣੀ ਅਵੰਤੀ ਬਾਈ ਲੋਧੀ ਸੀਗੀ, ਸੋ ਇਹ ਬ੍ਰਿਟਿਸ਼ਰਸ ਦੇ ਅਗੇਂਸਟ ਬਿਲਕੁਲ ਖੜੀਆਂ ਰਹੀਆਂ ਔਰ ਲਾਸਟ ਬਰੀਥ ਤੱਕ ਇਹਨਾਂ ਨੇ ਪੂਰੀ ਵਧੀਆ ਲੜਾਈ ਲੜੀ ਔਰ ਬ੍ਰਿਟਿਸ਼ ਰੂਲ ਸਾਨੂੰ ਖਤਮ ਕਰਕੇ ਦਿੱਤਾ। ਠੀਕ ਹੈ, ਸੋ ਇਹਨਾਂ ਦੀ ਜਿਹੜੀ ਯਾਦਗਾਰੀ ਦੇ ਵਿੱਚ। ਠੀਕ ਹੈ, ਸੋ ਇਹਨਾਂ ਤੋਂ ਇੰਸਪਾਇਰ ਕਰਕੇ। ਠੀਕ ਹੈ, ਟੂਡੇ ਦੇ ਆਰ ਨਾਟ ਵਿਦ ਅਸ, ਕਹਿੰਦੇ ਨਹੀਂ ਹੈਗੇ ਸਾਡੇ ਨਾਲ, ਚਲੋ ਮੰਨੀ ਗੱਲ, ਬਟ ਦੇਅਰ ਸੈਕਰੀਫਾਈਸ ਸਟਿਲ ਇੰਸਪਾਇਰ ਅਸ, ਕਹਿੰਦੇ ਫਿਰ ਵੀ ਉਹਨਾਂ ਦਾ ਜਿਹੜਾ ਸੈਕਰੀਫਾਈਸ ਸਾਨੂੰ ਇੰਸਪਾਇਰ ਕਰਦਾ ਹੈ ਕਿ ਸਾਨੂੰ ਕੀ ਪ੍ਰੀਜ਼ਰਵ ਕਰਨਾ ਚਾਹੀਦਾ ਯੂਨਿਟੀ ਐਂਡ ਇੰਟੀਗ੍ਰਿਟੀ ਨੂੰ, ਕਿ ਸਾਡੀ ਜਿਹੜੀ ਯੂਨਿਟੀ ਬਣੀ ਰਹੇ ਉਹਨੂੰ ਪ੍ਰੀਜ਼ਰਵ ਕਰਕੇ ਰੱਖਣਾ ਚਾਹੀਦਾ। ਸੋ ਇਹਨਾਂ 3 ਵੂਮੈਨਸ ਤੋਂ ਇੰਸਪਾਇਰ ਹੋ ਕੇ ਇਹਨਾਂ ਨੇ UP ਦੀ ਗੌਰਮੈਂਟ ਨੇ ਇੱਕ ਨਵਾਂ ਮਿਸ਼ਨ ਚਲਾਇਆ। ਮਿਸ਼ਨ ਦਾ ਨਾਮ ਹੈਗਾ ਜੀ ਮਿਸ਼ਨ ਸ਼ਕਤੀ ਪ੍ਰੋਗਰਾਮ। ਠੀਕ ਹੈ ਜੀ, ਸੋ ਮਿਸ਼ਨ ਸ਼ਕਤੀ ਪ੍ਰੋਗਰਾਮ ਕਿਹੜੀ ਗੌਰਮੈਂਟ ਨੇ ਚਲਾਇਆ? UP ਦੀ ਗੌਰਮੈਂਟ ਨੇ, ਫੋਰ ਦਾ ਪਰਪਜ਼ ਆਫ ਸੇਫਟੀ ਐਂਡ ਸਿਕਿਉਰਿਟੀ ਆਫ ਵੂਮੈਨ। ਠੀਕ ਹੈ, ਵੂਮੈਨ ਦੀ ਸੇਫਟੀ ਜਾਂ ਸਿਕਿਉਰਿਟੀ ਲਈ ਚਲਾਇਆ ਗਿਆ ਇਹ ਪ੍ਰੋਗਰਾਮ। ਇਸ ਪ੍ਰੋਗਰਾਮ ਦੇ ਵਿੱਚ ਕੀ ਹੈ
20% 20% ਜਿਹੜੀਆਂ ਵੂਮੈਨਸ ਨੇ ਉਹਨਾਂ ਨੂੰ ਉੱਤਰ ਪ੍ਰਦੇਸ਼ ਪੁਲਿਸ ਫੋਰਸ ਦੇ ਵਿੱਚ ਕੀ ਹੈ ਕੰਪਲਸਰੀ ਰੱਖਿਆ ਜਾਏਗਾ, ਠੀਕ ਹੈ, ਅਪੋਇੰਟ ਕੀਤਾ ਜਾਏਗਾ। ਜਦੋਂ ਵੀ ਅਪੋਇੰਟਮੈਂਟ ਹੋਇਆ ਕਰੇਗੀ 20% ਲੇਡੀਜ਼ ਨੂੰ ਇਹ ਰੱਖਿਆ ਕਰਨਗੇ। ਸੋ ਮਿਸ਼ਨ ਸ਼ਕਤੀ ਪ੍ਰੋਗਰਾਮ ਦੇ ਤਹਿਤ, ਠੀਕ ਹੈ। ਸੋ ਇਹਦੇ ਨਾਲ ਕੀ ਹੋਏਗਾ, ਐਵਰੀ ਵੂਮਨ ਇਜ਼ ਪ੍ਰੋਟੈਕਟਡ ਐਟ ਐਨੀ ਕੋਸਟ। ਹਰੇਕ ਲੇਡੀਜ਼ ਜਿਹੜੀ ਹੋਏਗੀ ਵੂਮਨ ਹੋਏਗੀ ਉਹਦੀ ਪ੍ਰੋਟੈਕਸ਼ਨ ਹੋਏਗੀ। ਸੋ ਯੂਪੀ ਦਿਖਾਉਂਦਾ ਮੈਂ ਤੁਹਾਨੂੰ ਇੰਡੀਆ ਮੈਪ ਦੇ ਵਿੱਚ, ਜਿਹੜੇ ਤੁਸੀਂ ਫੋਟੋ ਦੇਖ ਰਹੇ ਹੋ ਐਸ ਦੇ ਵਿੱਚ ਇਹ ਹੈਗਾ ਜੀ ਯੂਪੀ ਸਟੇਟ ਉੱਤਰ ਪ੍ਰਦੇਸ਼। ਐਸ ਦੀ ਕੈਪੀਟਲ ਹੈਗੀ ਜੀ ਲਖਨਊ। ਯੂਪੀ ਦੇ ਗਵਰਨਰ ਹੈਗੇ ਸ਼੍ਰੀਮਤੀ ਆਨੰਦੀਬੇਨ ਪਟੇਲ ਔਰ ਯੂਪੀ ਦੇ ਮੁੱਖ ਮੰਤਰੀ ਕੌਣ ਨੇ, ਯੋਗੀ ਆਦਿੱਤਿਆਨਾਥ। ਜਿਹੜੀ ਇਹ ਸ਼੍ਰੀਮਤੀ ਆਨੰਦੀਬੇਨ ਪਟੇਲ ਹੈ ਇਹ MP ਐਂਡ UP, ਮੱਧ ਪ੍ਰਦੇਸ਼ ਐਂਡ ਉੱਤਰ ਪ੍ਰਦੇਸ਼ ਦੋਨਾਂ ਦੀ ਹੀ ਸੇਮ ਗਵਰਨਰ ਹੈ, ਠੀਕ ਹੈ ਜੀ। ਦੋਨਾਂ ਸਟੇਟ ਦਾ ਚਾਰਜ ਦਿੱਤਾ ਹੈ ਸ਼੍ਰੀਮਤੀ ਆਨੰਦੀਬੇਨ ਪਟੇਲ ਨੂੰ, ਠੀਕ ਹੈ, ਮੱਧ ਪ੍ਰਦੇਸ਼ ਐਂਡ UP। ਸੋ ਨੈਕਸਟ ਕੁਐਸਚਨ ਦੇਖੋ, ਨੈਕਸਟ ਕੁਐਸਚਨ ਹੈਗਾ ਸਾਡੇ ਕੋਲੇ ਸੰਕਲਪ ਅਭਿਆਨ, ਠੀਕ ਹੈ। ਸੋ ਕਿਹੜੇ ਰਾਜਾਂ ਨੇ ਇਹ ਸੰਕਲਪ ਅਭਿਆਨ ਸ਼ੁਰੂ ਕੀਤਾ ਹੈ ਟੂ ਕ੍ਰੀਏਟ ਅਵੇਅਰਨੈਸ। ਅਵੇਅਰਨੈਸ ਹੁੰਦਾ ਜਾਗਰੂਕ ਕਰਨ ਲਈ ਕੋਵਿਡ ਲਈ, ਠੀਕ ਹੈ, ਜਿਹੜੀ ਕੋਵਿਡ ਦੀ ਬਿਮਾਰੀ ਚੱਲ ਰਹੀ ਹੈ ਉਸ ਤੋਂ ਜਾਗਰੂਕ ਕਰਨ ਲਈ। ਸੋ ਜਿਹੜਾ ਸੰਕਲਪ ਅਭਿਆਨ ਹੈ ਇਹ ਮੱਧ ਪ੍ਰਦੇਸ਼ ਨੇ ਸ਼ੁਰੂ ਕੀਤਾ ਹੈ। ਸੋ ਲਾਸਟ ਈਅਰ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ, ਸੋ ਉਹਨਾਂ ਨੇ ਕਿਹਾ ਸੀ ਕਿ ਬਾਲਕੋਨੀ ਦੇ ਵਿੱਚ ਜਾ ਕੇ ਤੁਸੀਂ ਕਲੈਪਿੰਗ ਕਰਨੀ ਹੈ ਔਰ ਭਾਂਡੇ ਖੜਕਾਉਣੇ ਨੇ, ਠੀਕ ਹੈ, ਕਲੈਂਗਿੰਗ ਅਟੈਂਸਲਸ, ਠੀਕ ਹੈ, ਅਟੈਂਸਲਸ ਕਹਿੰਦੇ ਭਾਂਡਿਆਂ ਨੂੰ, ਠੀਕ ਹੈ ਜੀ। ਕਹਿੰਦੇ ਇਹਦੇ ਨਾਲ ਕਰੋਨਾ ਬਿਮਾਰੀ ਖਤਮ ਹੋਏਗੀ। ਹੁਣ ਕੀ ਹੈ, ਨਾਓ ਦਾ MP ਗੌਰਮੈਂਟ, ਹੁਣ ਮੱਧ ਪ੍ਰਦੇਸ਼ ਦੀ ਗੌਰਮੈਂਟ ਵੀ ਇੱਕ ਨਵਾਂ ਆਈਡੀਆ ਲੈ ਕੇ ਆਈ ਹੈ, ਠੀਕ ਹੈ, ਬਲੋਇੰਗ ਸਾਇਰਨਸ, ਕਹਿੰਦੇ ਸਾਇਰਨ ਵਜਾਓ, ਠੀਕ ਹੈ। ਇਹ ਕਾਹਦੇ ਵਾਸਤੇ ਵਜਾਉਣੇ ਨੇ, ਟੂ ਕਰਬ ਦਾ ਕੇਸਿਸ, ਕਹਿੰਦੇ ਕਰੋਨਾ ਵਾਇਰਸ ਦੇ ਅਸੀਂ ਕੇਸਿਸ ਨੂੰ ਖਤਮ ਕਰਾਂਗੇ। ਬਲੋਇੰਗ ਸਾਇਰਨ, ਸਾਇਰਨ ਵਜਾਉਣੇ ਨੇ, ਕੌਣ ਕਹਿ ਰਹੇ ਨੇ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਠੀਕ ਹੈ ਜੀ। ਕਹਿੰਦੇ ਇਸ ਦੇ ਨਾਲ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਆਏਗੀ ਸਾਇਰਨ ਵਜਾਉਣ ਦੇ ਨਾਲ, ਔਰ ਅਰਜ ਕਰ ਰਹੇ ਨੇ ਇਹ ਪੀਪਲਸ ਨੂੰ ਕਿ ਮਾਸਕ ਪਹਿਨੋ, ਠੀਕ ਹੈ। ਔਰ ਇਹਨਾਂ ਨੇ ਇੱਕ ਟਵੀਟ ਵੀ ਕੀਤਾ ਹੈਗਾ, ਟਵੀਟ ਕਿਹੜਾ ਕੀਤਾ ਹੈਗਾ, ਮਾਈ ਮਾਸਕ ਮਾਈ ਪ੍ਰੋਟੈਕਸ਼ਨ, ਠੀਕ ਹੈ। ਇਹ ਟਵੀਟ ਦੇ ਟਵਿੱਟਰ ਜਿਹੜੀ ਐਪਲੀਕੇਸ਼ਨ ਆ ਉਹਦੇ ਉੱਪਰ ਕੀਤਾ। ਸਾਇਰਨ ਦਾ ਟਾਈਮ ਇਹਨਾਂ ਨੇ ਰੱਖਿਆ, ਕਹਿੰਦੇ ਸਵੇਰੇ 11 ਵਜੇ ਅਤੇ ਸ਼ਾਮ ਨੂੰ 7 ਵਜੇ ਵਜਾਇਆ ਕਰਾਂਗੇ ਇਹ ਸਾਇਰਨ। ਔਰ ਇਸ ਦੇ ਵਿੱਚ ਕੀ ਹੈ, ਇਹ ਕਹਿ ਰਹੇ ਲੋਕਾਂ ਨੂੰ ਮਾਸਕ ਪਹਿਨੋ, ਮੇਕ ਸਰਕਲ। ਉਹ ਕਹਿ ਰਹੇ ਨੇ ਕਿ ਜਦੋਂ ਜਿਸ ਤਰ੍ਹਾਂ ਅਸੀਂ ਬੈਂਕਾਂ ਦੇ ਵਿੱਚ ਜਾਂਦੇ ਸੀਗੇ ਉੱਥੇ ਸਰਕਲ ਲੱਗੇ ਹੁੰਦੇ ਸੀਗੇ ਕਿ ਹਰੇਕ ਬੰਦੇ ਨੇ ਅਗਰ ਖੜ੍ਹਦਾ ਸਰਕਲ ਦੇ ਵਿੱਚ ਖੜ੍ਹੇ, ਜਿਸ ਦੇ ਨਾਲ ਕੀ ਹੈ ਸੋਸ਼ਲ ਡਿਸਟੈਂਸਿੰਗ ਮੇਨਟੇਨ ਹੋ ਸਕੇ। ਇਹ ਕਹਿ ਰਹੇ ਨੇ ਕਿ ਸਰਕਲ ਬਣਾਓ, ਸੋਸ਼ਲ ਡਿਸਟੈਂਸਿੰਗ ਮੇਨਟੇਨ ਰੱਖੋ ਔਰ ਮਾਸਕ ਪਹਿਨੋ। ਕੌਣ ਕਹਿ ਰਹੇ ਨੇ ਜੀ, ਸ਼ਿਵਰਾਜ ਸਿੰਘ ਚੌਹਾਨ। ਮੱਧ ਪ੍ਰਦੇਸ਼ ਸਟੇਟ ਦੇਖੋ, ਇਹ ਜੋ ਤੁਸੀਂ ਮੈਪ ਦੇ ਵਿੱਚ ਦੇਖ ਰਹੇ ਹੋ ਇਹ ਹੈਗੇ ਜੀ ਮੱਧ ਪ੍ਰਦੇਸ਼ ਸਟੇਟ, ਜਿਸ ਨੂੰ ਅਸੀਂ ਹਾਰਟ ਆਫ ਇੰਡੀਆ ਵੀ ਬੋਲਦੇ ਹਾਂ। ਐਸ ਦੀ ਕੈਪੀਟਲ ਹੈਗੇ ਜੀ ਭੋਪਾਲ ਔਰ ਗਵਰਨਰ ਹੈਗੇ ਸ਼੍ਰੀਮਤੀ ਆਨੰਦੀਬੇਨ ਪਟੇਲ ਔਰ ਮੁੱਖ ਮੰਤਰੀ ਹੈਗੇ ਨੇ ਸ਼ਿਵਰਾਜ ਸਿੰਘ ਚੌਹਾਨ। ਨੈਕਸਟ ਕੁਐਸਚਨ ਦੇਖੋ, ਨੈਕਸਟ ਕੁਐਸਚਨ ਹੈਗਾ ਸਾਡੇ ਕੋਲੇ ਚੀਫ ਜਸਟਿਸ SA ਬੋਬੜੇ ਰਿਕਮੈਂਡਡ ਹੂ ਟੂ ਬੀ ਸਕਸੈਸਰ, ਹਿਜ਼ ਸਕਸੈਸਰ। ਕਹਿੰਦੇ ਬੋਬੜੇ ਜੀ ਨੇ ਰਿਕਮੈਂਡੇਸ਼ਨ ਕੀਤੀ ਹੈ ਕਿ ਉਹਨਾਂ ਤੋਂ ਬਾਅਦ ਕਿਹੜਾ ਸਾਡਾ ਚੀਫ ਜਸਟਿਸ ਆਫ ਇੰਡੀਆ ਬਣੇਗਾ। ਸੇ ਨਾਮ ਹੈਗਾ ਜੀ ਜਸਟਿਸ NV ਰਮਾਨਾ, ਠੀਕ ਹੈ ਜੀ, ਜਸਟਿਸ NV ਰਮਾਨਾ। ਜਿਹੜੇ ਸਾਡੇ ਚੀਫ ਜਸਟਿਸ ਆਫ ਇੰਡੀਆ ਨੇ ਹੁਣ ਤਾਂ ਹੈਗੇ ਨੇ ਜੀ SA ਬੋਬੜੇ। ਉਹਨਾਂ ਨੇ ਰਿਕਮੈਂਡੇਸ਼ਨ ਕਰਤੀ, ਜਿਹੜੇ ਉਹਨਾਂ ਦੇ ਸੀਨੀਅਰ ਮੋਸਟ ਜੱਜ ਸੀਗੇ ਜਿਨ੍ਹਾਂ ਦਾ ਨਾਮ ਹੈਗਾ ਜੀ NV ਰਮਾਨਾ, ਕਹਿੰਦੇ ਇਹ ਸਾਡੇ ਨੈਕਸਟ ਚੀਫ ਜਸਟਿਸ ਆਫ ਇੰਡੀਆ ਹੋਣੇ ਚਾਹੀਦੇ ਨੇ, ਠੀਕ ਹੈ ਜੀ। ਸੋ ਜਿਹੜੇ ਸਾਡੇ ਬੋਬੜੇ ਜੀ ਨੇ ਇਹ 23 ਅਪ੍ਰੈਲ ਨੂੰ ਰਿਟਾਇਰ ਹੋ ਰਹੇ ਨੇ, ਠੀਕ ਹੈ। 23 ਅਪ੍ਰੈਲ ਜਿਹੜੀ ਹੁਣ ਆਏਗੀ 2021 ਦੀ, ਉਦੋਂ ਇਹ ਰਿਟਾਇਰ ਹੋ ਰਹੇ ਨੇ। ਬੋਬੜੇ ਜੀ ਸਾਡੇ 47ਵੇਂ ਚੀਫ ਜਸਟਿਸ ਆਫ ਇੰਡੀਆ ਸੀਗੇ। ਨਵੰਬਰ 2019 ਦੇ ਵਿੱਚ ਇਹਨਾਂ ਨੇ ਜੁਆਇਨ ਕੀਤਾ ਸੀਗਾ, ਠੀਕ ਹੈ। ਹੁਣ ਜਿਹੜੇ ਸਾਡੇ ਨਵੇਂ ਬਣਨਗੇ 48ਵੇਂ ਚੀਫ ਜਸਟਿਸ ਆਫ ਇੰਡੀਆ ਬਣਨਗੇ। ਸੋ ਇੱਕ ਟਰਡੀਸ਼ਨ ਚੱਲਿਆ ਆ ਰਿਹਾ। ਸੋ ਜਿਹੜੇ ਪਹਿਲਾਂ ਵਾਲੇ ਸੀਟਿੰਗ ਚੀਫ ਜਸਟਿਸ ਹੁੰਦੇ ਨੇ ਉਹ ਕੀ ਇੱਕ ਰਿਟਨ ਦੇ ਵਿੱਚ ਰਿਕਮੈਂਡੇਸ਼ਨ ਕਰਦੇ ਨੇ ਨਵੇਂ ਸਕਸੈਸਰ ਦੀ ਕਿ ਉਹਨਾਂ ਤੋਂ ਬਾਅਦ ਕਿਹੜਾ ਪਰਸਨ ਆਉਣਾ ਚਾਹੀਦਾ, ਠੀਕ ਹੈ। ਸੋ ਜਿਹੜੇ ਸਾਡੇ ਸੁਪਰੀਮ ਕੋਰਟ ਦੇ ਮੋਸਟ ਜਿਹੜੇ ਜੱਜ ਨੇ ਇਹ ਸੀਨੀਅਰ ਮੋਸਟ ਜੱਜ, ਇਹਨਾਂ ਦੇ ਖਿਲਾਫ ਕਿ ਇੱਕ ਕੰਪਲੇਂਟ ਦਰਜ ਕਰਾਈ ਗਈ ਸੀ ਜੋ ਕਿ ਡਿਸਮਿਸ ਹੋ ਗਈ ਕਿਉਂਕਿ ਹੁਣ ਇਹਨਾਂ ਦਾ ਨਾਮ ਚੀਫ ਜਸਟਿਸ ਇੰਡੀਆ ਲਈ ਆ ਗਿਆ ਰਿਕਮੈਂਡੇਸ਼ਨ ਦੇ ਵਿੱਚ। ਸੋ ਇਹਨਾਂ ਦੇ ਖਿਲਾਫ ਇੱਕ ਕੰਪਲੇਂਟ ਦਰਜ ਹੋਈ ਸੀ, ਉਹ ਕੀ ਹੈ ਡਿਸਮਿਸ ਕਰ ਦਿੱਤੀ ਗਈ ਕੰਪਲੇਂਟ। ਕਿਹਨੇ ਕਰਵਾਈ ਸੀ ਇਹ ਕੰਪਲੇਂਟ? ਆਂਧਰਾ ਪ੍ਰਦੇਸ਼ ਸਟੇਟ ਦੇ ਜਿਹੜੇ ਮੁੱਖ ਮੰਤਰੀ ਨੇ YS ਜਗਨ ਮੋਹਨ ਰੈਡੀ, ਉਹਨਾਂ ਨੇ ਕਰਾਈ ਸੀ ਇਹ ਕੰਪਲੇਂਟ। ਕਾਹਦੇ ਲਈ ਕਰਾਈ ਸੀ? ਇਹ ਕਹਿ ਰਹੇ ਸੀਗੇ ਕਿ ਇਹ ਜਿਹੜੇ ਤੇਲਗੂ ਦੇਸਮ ਪਾਰਟੀ ਹੈ ਉਸ ਨੂੰ ਸਪੋਰਟ ਕਰ ਰਹੇ ਨੇ NV ਰਮਾਨਾ ਜੀ, ਠੀਕ ਹੈ। ਸੋ ਇਸ ਕਰਕੇ ਇਹਨਾਂ ਦੇ ਖਿਲਾਫ ਕੰਪਲੇਂਟ ਦਰਜ ਹੋਈ ਸੀ ਜੋ ਕਿ ਹੁਣ ਡਿਸਮਿਸ ਹੋ ਚੁੱਕੀ ਹੈ, ਠੀਕ ਹੈ ਜੀ। ਸੋ ਨੈਕਸਟ ਕੁਐਸਚਨ ਦੇਖੋ, ਨੈਕਸਟ ਕੁਐਸਚਨ ਸਾਡੇ ਕੋਲ ਹੈਗਾ ਜੀ ਬੁੱਕ ਐਂਡ ਆਥਰ ਦਾ। ਕੋਈ ਵੀ ਨਵੀਂ ਬੁੱਕ ਜਿਹੜੀ ਲਿਖੀ ਜਾਂਦੀ ਹੈ ਉਸਦੇ ਆਥਰ ਪੁੱਛ ਲੈਂਦੇ ਹੁੰਦੇ ਨੇ। ਬੁੱਕ ਦਾ ਨਾਮ ਹੈਗਾ ਜੀ ਮਾਈ ਐਕਸਪੈਰੀਮੈਂਟਸ ਵਿਦ ਸਾਇਲੈਂਟ, ਠੀਕ ਹੈ ਜੀ। ਬੁੱਕ ਦਾ ਨਾਮ ਹੈ ਮਾਈ ਐਕਸਪੈਰੀਮੈਂਟ ਵਿਦ ਸਾਇਲੈਂਟ। ਕਿਹਨੇ ਲਿਖੀ ਹੈ ਜੀ? ਸਮੀਰ ਸੋਨੀ। ਸਮੀਰ ਸੋਨੀ ਕੌਣ ਨੇ? ਇਹ ਸਾਡੇ ਫਿਲਮੀ ਐਕਟਰ ਨੇ, ਇੰਡੀਅਨ ਫਿਲਮ
ਔਰ ਟੈਲੀਵਿਜ਼ਨ ਦੇ ਐਕਟਰ ਨੇ, ਡਾਇਰੈਕਟਰ ਵੀ ਰਹੇ ਨੇ ਔਰ ਫਾਰਮਰ ਫੈਸ਼ਨ ਮਾਡਲ ਵੀ ਰਹੇ ਨੇ। ਠੀਕ ਹੈ ਜੀ। ਜਿਹੜੀ ਇਹਨਾਂ ਨੇ ਬੁੱਕ ਲਿਖੀ ਹੈ ਮਾਈ ਐਕਸਪੈਰੀਮੈਂਟ ਵਿਦ ਸਾਇਲੈਂਸ, ਇਸ ਦੇ ਵਿੱਚ ਕਾਹਦੇ ਬਾਰੇ ਦੱਸਿਆ ਗਿਆ? ਐਨਜ਼ਾਈਟੀ ਐਂਡ ਸੈਲਫ ਡਿਸਕਵਰੀ ਦੇ ਬਾਰੇ। ਐਨਜ਼ਾਈਟੀ ਕੀ ਹੁੰਦੀ ਹੈ? ਐਨਜ਼ਾਈਟੀ ਉਹ ਹੁੰਦੀ ਹੈ ਜਦੋਂ ਸਾਨੂੰ ਕੋਈ ਸਟਰੈਸ ਹੁੰਦਾ ਹੈ, ਮਤਲਬ ਕੋਈ ਟੈਨਸ਼ਨ ਹੁੰਦੀ ਹੈ, ਉਸ ਦੇ ਵਿੱਚ ਜਿਹੜੀ ਸਾਡੀ ਬਾਡੀ ਹੈ ਨੈਚੁਰਲ ਰਿਸਪੌਂਸ ਕਿਸ ਤਰ੍ਹਾਂ ਦਾ ਕਰਦੀ ਹੈ, ਉਸ ਚੀਜ਼ ਨੂੰ ਬੋਲਦੇ ਜੀ ਐਨਜ਼ਾਈਟੀ। ਠੀਕ ਹੈ। ਸੋ ਇਸ ਦੇ ਬਾਰੇ ਇਹ ਕਿਤਾਬ ਲਿਖੀ ਇਹਨਾਂ ਨੇ ਮਾਈ ਐਕਸਪੈਰੀਮੈਂਟ ਵਿਦ ਸਾਇਲੈਂਸ। ਸੋ ਸਾਨੂੰ ਕਦੇ ਵੀ ਐਨਜ਼ਾਈਟੀ ਨਹੀਂ ਰੱਖਣੀ ਚਾਹੀਦੀ, ਕੋਈ ਸਟਰੈਸ ਨਹੀਂ ਰੱਖਣਾ ਚਾਹੀਦਾ। ਸੋ ਅਗਰ ਤੁਸੀਂ ਦੇਖੋ ਇੱਕ ਟਿਪ ਹੀ ਹੈ ਇਹ, ਮੈਂ ਤੁਹਾਨੂੰ ਟਿਪ ਦਿੰਦਾ ਅੱਜ। ਠੀਕ ਹੈ। ਸੋ ਕੋਈ ਵੀ ਐਗਜ਼ਾਮ ਦੀ ਤਿਆਰੀ ਕਰਦੇ ਹੋ ਤਾਂ ਖੁਸ਼ ਹੋ ਕੇ ਕਰਿਆ ਕਰੋ। ਠੀਕ ਹੈ। ਕੋਈ ਟੈਨਸ਼ਨ ਨਹੀਂ ਰੱਖਣੀ। ਠੀਕ ਹੈ। ਅਗਰ ਤੁਸੀਂ ਕੋਈ ਐਨਜ਼ਾਈਟੀ ਰੱਖੋਗੇ ਜਾਂ ਸਟਰੈਸ ਰੱਖੋਗੇ ਫਿਰ ਤੁਹਾਡਾ ਐਗਜ਼ਾਮ ਕਲੀਅਰ ਨਹੀਂ ਹੁੰਦਾ, ਕਿਉਂਕਿ ਉੱਥੇ ਤੁਸੀਂ ਟੈਨਸ਼ਨ ਹੁੰਦੀ, ਤੁਹਾਡੇ ਦਿਮਾਗ ਦੇ ਉੱਪਰ ਪ੍ਰੈਸ਼ਰ ਹੁੰਦਾ, 2-4 ਕੁਐਸਚਨ ਤੁਸੀਂ ਗਲਤੀ ਕਰਕੇ ਆਉਂਦੇ ਹੋ। ਠੀਕ ਹੈ। ਤੁਸੀਂ ਜਦੋਂ ਐਗਜ਼ਾਮ ਦੇਣ ਜਾਂਦੇ ਤਾਂ ਸੋਚ ਕੇ ਜਾਣਾ ਕਿ ਯਾਰ ਮੈਂ ਆਪਣਾ 100% ਦੇਣਾ। ਠੀਕ ਹੈ। ਸਿਲੈਕਸ਼ਨ ਹੋਵੇ ਨਾ ਹੋਵੇ ਅਲੱਗ ਦੀ ਗੱਲ ਹੈ। ਠੀਕ ਹੈ। ਅਗਰ ਤੁਸੀਂ ਆਪਦਾ 100% ਦੇ ਕੇ ਆਓਗੇ ਤੁਹਾਡਾ ਪੇਪਰ ਆਟੋਮੈਟਿਕਲੀ ਕਲੀਅਰ ਹੋ ਜਾਏਗਾ। ਅਗਰ ਤੁਸੀਂ ਸੋਚ ਕੇ ਜਾਓਗੇ ਹਾਂ ਯਾਰ ਮੈਂ ਐਗਜ਼ਾਮ ਕਲੀਅਰ ਕਰਨਾ ਫਿਰ ਕਦੇ ਨਹੀਂ ਹੁੰਦਾ, ਫਿਰ ਤੁਸੀਂ ਸਟਰੈਸ ਦੇ ਵਿੱਚ 2-4 ਕੁਐਸਚਨ ਗਲਤ ਹੀ ਕਰਕੇ ਆਉਂਦੇ ਹੋ। ਠੀਕ ਹੈ। ਸੋ ਇਹ ਮੇਰਾ ਪਰਸਨਲ ਐਕਸਪੀਰੀਅੰਸ ਸੀ ਜੋ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ। ਠੀਕ ਹੈ। ਸੋ ਮੈਂ ਵੀ ਜਦੋਂ ਬਿਲਕੁਲ ਫਰੀ ਆਫ ਮਾਈਂਡ ਜਾਂਦਾ ਹੁੰਦਾ ਸੀ ਟੈਸਟ ਦੇਣ, ਸੋ ਮੇਰਾ ਈਜ਼ੀਲੀ ਐਗਜ਼ਾਮ ਕਰੈਕ ਹੋ ਜਾਂਦਾ। ਮੈਂ ਆਪਣਾ ਪਰਸਨਲ ਜਿਹੜਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕੀਤਾ। ਠੀਕ ਹੈ ਜੀ। ਸੋ ਹਾਊ ਮੈਨੀ ਲੀਟਰਸ ਆਫ ਪੈਸਟੀਸਾਈਡ ਮਾਲੇਥੀਅਨ ਸਪਲਾਈ ਟੂ ਈਰਾਨ ਕੰਟਰੀ। ਠੀਕ ਹੈ। ਸਾਡੇ ਕੀ ਹੈ ਪੈਸਟੀਸਾਈਡ ਮਾਲੇਥੀਅਨ ਭੇਜਿਆ, ਕਿਹੜੇ ਦੇਸ਼ ਦੇ ਵਿੱਚ ਭੇਜਿਆ? ਈਰਾਨ ਕੰਟਰੀ ਦੇ ਵਿੱਚ। ਪੈਸਟੀਸਾਈਡ ਕੀ ਹੁੰਦੇ ਨੇ? ਕੀਟਨਾਸ਼ਕ ਜਿਹੜੀਆਂ ਦਵਾਈਆਂ ਹੁੰਦੀਆਂ ਨੇ। ਠੀਕ ਹੈ। ਉਹਨਾਂ ਨੂੰ ਬੋਲਦੇ ਜੀ ਪੈਸਟੀਸਾਈਡ। ਸੋ ਅਸੀਂ ਭੇਜਿਆ ਜੀ 20,000 ਲੀਟਰ ਮਾਲੇਥੀਅਨ ਇਹ ਕੀ ਹੈ? ਮਾਲੇਥੀਅਨ ਇਜ਼ ਅ ਇਨਸੈਕਟੀਸਾਈਡ, ਕੈਮੀਕਲ ਫੈਮਿਲੀ ਤੋਂ ਬਿਲੋਂਗ ਕਰਦਾ ਹੈ। ਇਨਸੈਕਟੀਸਾਈਡ ਹੈ ਮਤਲਬ ਕੀੜੇ ਮਕੌੜਿਆਂ ਨੂੰ ਖਤਮ ਕਰਨ ਵਾਸਤੇ ਯੂਜ਼ ਹੁੰਦਾ ਹੈ। ਕੈਮੀਕਲ ਫੈਮਿਲੀ ਤੋਂ ਬਿਲੋਂਗ ਕਰਦਾ ਹੈ ਮਾਲੇਥੀਅਨ। ਔਰ ਇਸ ਦਾ ਇੱਕ ਹੋਰ ਨਾਮ ਹੈ ਜਿਸ ਨੂੰ ਬੋਲਦੇ ਜੀ ਔਰਗੈਨੋ ਫਾਸਫੇਟਸ। ਠੀਕ ਹੈ। ਔਰਗੈਨੋ ਫਾਸਫੇਟਸ ਵੀ ਬੋਲਦੇ ਆ ਮਾਲੇਥੀਅਨ ਨੂੰ। ਠੀਕ ਹੈ। ਜਿਹੜਾ ਇਹ ਅਸੀਂ ਪ੍ਰੋਡਕਟ ਯੂਜ਼ ਕਰਦੇ ਹਾਂ ਇਹ ਆਊਟਡੋਰ ਪ੍ਰੋਡਕਟ ਯੂਜ਼ ਕਰਦੇ ਹਾਂ ਜਿਹੜੇ ਵਾਈਡ ਵਰਾਇਟੀ ਆਫ ਇਨਸੈਕਟ ਹੁੰਦੇ ਨੇ। ਇਨਸੈਕਟ ਕਹਿੰਦੇ ਜੀ ਕੀੜੇ ਮਕੌੜਿਆਂ ਨੂੰ। ਸੋ ਉਹਨਾਂ ਨੂੰ ਖਤਮ ਕਰਨ ਵਾਸਤੇ ਅਸੀਂ ਆਊਟਡੋਰ ਦੇ ਵਿੱਚ ਯੂਜ਼ ਕਰਦੇ ਹਾਂ, ਐਗਰੀਕਲਚਰ ਦੇ ਵਿੱਚ ਵੀ ਯੂਜ਼ ਕਰਦੇ ਹਾਂ, ਅਰਾਊਂਡ ਪੀਪਲਸ ਹੋਮ ਘਰਾਂ ਦੇ ਬਾਹਰ ਵੀ ਯੂਜ਼ ਕਰਦੇ ਹਾਂ। ਔਰ ਮਾਲੇਥੀਅਨ ਹੈ ਇਸ ਨੂੰ ਸਪੈਸ਼ਲੀ ਸ਼ੈਂਪੂਜ਼ ਦੇ ਵਿੱਚ ਵੀ ਪਾਇਆ ਜਾਂਦਾ ਹੈ। ਕੁਝ ਸਾਡੇ ਸਪੈਸ਼ਲ ਸ਼ੈਂਪੂਆਂ ਦੇ ਉਹਦੇ ਵਿੱਚ ਵੀ ਪਾਉਂਦੇ ਹਾਂ ਫੋਰ ਟਰੀਟਿੰਗ ਲਾਈਸ। ਲਾਈਸ ਕਿਹਨੂੰ ਕਹਿੰਦੇ ਆ? ਲਾਈਸ ਕਹਿੰਦੇ ਜੀ ਜੂਆਂ ਨੂੰ। ਠੀਕ ਹੈ। ਜੂਆਂ ਹੁੰਦੀਆਂ ਨੇ ਨਾ ਕਈਆਂ ਦੇ ਸਿਰ ਦੇ ਵਿੱਚ ਜੂਆਂ ਪੈ ਜਾਂਦੀਆਂ ਜਦੋਂ ਤੁਸੀਂ ਸਿਰ ਵਾਸ਼ ਨਹੀਂ ਕਰਦੇ ਚੰਗੀ ਤਰ੍ਹਾਂ। ਸੋ ਜਿਹੜੀਆਂ ਜੂਆਂ ਹੁੰਦੀਆਂ ਉਸ ਨੂੰ ਖਤਮ ਕਰਨ ਲਈ ਜਿਹੜੇ ਸ਼ੈਂਪੂ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਮਾਲੇਥੀਅਨ ਪਾਇਆ ਹੁੰਦਾ। ਠੀਕ ਹੈ ਜੀ। ਸੋ ਮਾਲੇਥੀਅਨ ਪੈਸਟੀਸਾਈਡ ਦੇ ਵਿੱਚ ਵੀ ਪਾਇਆ ਹੁੰਦਾ। ਮਾਲੇਥੀਅਨ ਮੇਨਲੀ ਕੀ ਹੈ? ਜਿਹੜੇ ਕੋਈ ਕੀੜੇ ਹੁੰਦੇ ਨੇ ਕੋਈ ਉਹਨਾਂ ਨੂੰ ਖਤਮ ਕਰਨ ਵਾਸਤੇ ਯੂਜ਼ ਕਰਦੇ ਹਾਂ। ਈਰਾਨ ਦੇ ਵਿੱਚ ਅਸੀਂ ਕਿਉਂ ਭੇਜਿਆ? ਠੀਕ ਹੈ। ਇੱਕ ਤਾਂ ਦੇਖਦੇ ਹਾਂ ਕਿਵੇਂ ਭੇਜਿਆ। ਅਸੀਂ ਭੇਜਿਆ ਜੀ ਛੱਬਰ ਪੋਰਟ। ਠੀਕ ਹੈ। ਛੱਬਰ ਨਾਂ ਦਾ ਪੋਰਟ ਹੈ ਜਿਸ ਦੇ ਥਰੂ ਅਸੀਂ ਈਰਾਨ ਕੰਟਰੀ ਦੇ ਵਿੱਚ ਭੇਜਿਆ। ਕਾਹਦੇ ਵਾਸਤੇ ਭੇਜਿਆ? ਉੱਥੇ ਕੀ ਇੱਕ ਥ੍ਰੈਟ ਫੈਲਿਆ ਹੋਇਆ। ਥ੍ਰੈਟ ਕਹਿੰਦੇ ਕਿ ਡਰ ਫੈਲਿਆ ਹੋਇਆ। ਉੱਥੇ ਕੀ ਸਵਾਮਸ ਆਫ ਡੈਸਰਟ ਲੋਕੋਸਟ ਫੈਲ ਰਹੀਆਂ ਨੇ। ਠੀਕ ਹੈ। ਇਹ ਕੀ ਹੁੰਦੇ ਲੋਕੋਸਟ ਕਹਿੰਦੇ ਜੀ ਟਿੱਡੀਆਂ ਨੂੰ। ਟਿੱਡੀਆਂ ਦਾ ਡਰ ਫੈਲਿਆ ਕਿ ਉੱਥੇ ਕਾਫੀ ਸਾਰੀਆਂ ਜਿਹੜੀਆਂ ਟਿੱਡੀਆਂ ਆ ਰਹੀਆਂ ਨੇ ਬਾਹਰੋਂ ਹਮਲਾ ਕਰਨ ਵਾਸਤੇ। ਸੋ ਉਸ ਤੋਂ ਲੜਨ ਲਈ ਅਸੀਂ ਨੇ ਈਰਾਨ ਕੰਟਰੀ ਨੂੰ 20,000 ਲੀਟਰ ਮਾਲੇਥੀਅਨ ਭੇਜਿਆ। ਠੀਕ ਹੈ ਜੀ। ਸੋ ਈਰਾਨ ਬਾਰੇ ਦਿਖਾ ਦਿੰਦਾ ਤੁਹਾਨੂੰ ਮੈਂ। ਈਰਾਨ ਵਰਲਡ ਮੈਪ ਦੇ ਵਿੱਚ ਜੋ ਤੁਸੀਂ ਦੇਸ਼ ਦੇਖ ਰਹੇ ਹੋ ਇਹ ਹੈਗਾ ਜੀ ਈਰਾਨ ਦੇਸ਼, ਜਿਸ ਦੀ ਕੈਪੀਟਲ ਹੈਗੀ ਹੈ ਜੀ ਤਹਿਰਾਨ। ਈਰਾਨ ਦੇ ਵਿੱਚ ਜਿਹੜੀ ਕਰੰਸੀ ਚੱਲਦੀ ਹੈ ਰਿਆਲ। ਔਰ ਈਰਾਨ ਜਿਹੜੀ ਆਪਣੀ ਕੰਟਰੀ ਹੈ ਉਸਦੇ ਪ੍ਰੈਜ਼ੀਡੈਂਟ ਕੌਣ ਨੇ? ਹਸਨ ਰੋਹਾਨੀ ਜੀ। ਠੀਕ ਹੈ ਜੀ। ਸੋ ਨੈਕਸਟ ਕੁਐਸਚਨ ਦੇਖੋ। ਨੈਕਸਟ ਕੁਐਸਚਨ ਹੈਗਾ ਸਾਡੇ ਕੋਲੇ ਕਿਹੜੀ ਸਟੇਟ ਹੈ ਜਿਨ੍ਹਾਂ ਨੇ ਕੀ ਹੈ ਦਿੱਲੀ ਨੂੰ ਲਿੰਕ ਕੀਤਾ ਕਿਹੜੀ ਸਟੇਟ ਦੇ ਨਾਲ? ਕਿਹੜੇ ਪ੍ਰੋਗਰਾਮ ਦੇ ਵਿੱਚ? ਪ੍ਰੋਗਰਾਮ ਦਾ ਨਾਮ ਹੈਗਾ ਏਕ ਭਾਰਤ ਸ਼੍ਰੇਸ਼ਠ ਭਾਰਤ ਪ੍ਰੋਗਰਾਮ। ਠੀਕ ਹੈ ਜੀ। ਸੋ ਇਹ ਸਟੇਟ ਹੈਗੀ ਹੈ ਸਿੱਕਿਮ। ਠੀਕ ਹੈ ਜੀ। ਸੋ ਏਕ ਸ਼੍ਰੇਸ਼ਠ ਭਾਰਤ ਪ੍ਰੋਗਰਾਮ ਦੇ ਵਿੱਚ ਅਸੀਂ ਸਿੱਕਿਮ ਸਟੇਟ ਨੂੰ ਦਿੱਲੀ ਦੇ ਨਾਲ ਜੋੜ ਰਹੇ ਹਾਂ। ਔਰ ਇੱਕ ਬਹੁਤ ਹੀ ਸੋਹਣੀ ਲਾਈਨ ਲਿਖੀ ਹੋਈ ਹੈ, ਇਹ ਜ਼ਰੂਰ ਦੇਖਣੀ ਆ। ਯੂਨਿਟੀ ਇਨ ਡਾਈਵਰਸਿਟੀ। ਡਾਈਵਰਸਿਟੀ ਕਿਹਨੂੰ ਕਹਿੰਦੇ ਆ? ਡਾਈਵਰਸਿਟੀ ਕਹਿੰਦੇ ਆ ਜੀ ਭਿੰਨ ਚੀਜ਼ਾਂ ਨੂੰ, ਅਲੱਗ-ਅਲੱਗ ਚੀਜ਼ਾਂ ਨੂੰ। ਅਲੱਗ-ਅਲੱਗ ਚੀਜ਼ਾਂ ਦੇ ਹੋਣ ਦੇ ਬਾਵਜੂਦ ਸਾਡੇ ਇੰਡੀਆ ਦੇ ਵਿੱਚ ਕੀ ਹੈ? ਯੂਨਿਟੀ ਹੈ। ਦੇਖੋ ਜੀ 28 ਸਟੇਟਸ ਨੇ ਸਾਡੇ ਇੰਡੀਆ ਦੇ ਵਿੱਚ। ਠੀਕ ਹੈ। ਸੋ ਫਿਰ ਵੀ ਇੰਨੀ ਡਾਈਵਰਸਿਟੀ ਹੋਣ ਦੇ ਬਾਵਜੂਦ ਸਾਡਾ ਇੰਡੀਆ ਇੱਕ ਹੈ, ਯੂਨਿਟੀ ਹੈ। ਠੀਕ ਹੈ। ਇਟ ਇਜ਼ ਅ ਗਲੋਬਲ ਆਇਡੈਂਟੀਟੀ ਆਫ ਇੰਡੀਆ। ਠੀਕ ਹੈ। ਸੋ ਸਾਡੀ ਇਹ ਗਲੋਬਲ ਲੈਵਲ ਦੇ ਉੱਪਰ ਆਇਡੈਂਟੀਟੀ ਬਣੀ ਹੋਈ ਹੈ ਇੰਡੀਆ ਦੀ ਕਿ ਇੰਡੀਆ ਦੇਖੋ ਇੱਕ ਹੈ। ਫਿਰ ਵੀ ਇੰਨੇ ਕਲਚਰਸ ਨੇ, ਇੰਨੇ ਲੋਕ ਨੇ, ਇੰਨੇ ਫੈਸਟੀਵਲਸ ਨੇ, ਫਿਰ ਵੀ ਸਾਡਾ ਦੇਸ਼ ਕੀ ਹੈ? ਇੱਕ ਦੇਸ਼ ਹੈ। ਠੀਕ ਹੈ ਜੀ।
ਸੋ ਇੱਕੋ ਦੇਖੋ ਅਸੀਂ ਜਨ ਗਣ ਮਨ ਗਾਉਂਦੇ ਹਾਂ, ਠੀਕ ਹੈ ਜੀ। ਸੋ ਸਾਡਾ ਇੱਕੋ ਹੀ ਹੈ ਸਾਡੇ ਪੂਰੇ ਇੰਡੀਆ ਦਾ, ਠੀਕ ਹੈ। ਸੋ ਸਾਡੇ ਵਿੱਚ ਯੂਨਿਟੀ ਹੈ। ਸੋ ਯੂਨਿਟੀ ਇਨ ਡਾਈਵਰਸਿਟੀ ਇਜ਼ ਦਾ ਗਲੋਬਲ ਆਇਡੈਂਟੀਟੀ ਆਫ ਇੰਡੀਆ, ਠੀਕ ਹੈ। ਸੋ ਐਸੇ ਨੂੰ ਸੈਲੀਬ੍ਰੇਟ ਕਰਨ ਵਾਸਤੇ ਉਹਨਾਂ ਨੇ ਇੱਕ ਨਵਾਂ ਪ੍ਰੋਗਰਾਮ ਚਲਾਇਆ ਹੈ ਜਿਸ ਨੂੰ ਬੋਲਦੇ ਏਕ ਭਾਰਤ ਸ਼੍ਰੇਸ਼ਠ ਭਾਰਤ ਅਭਿਆਨ ਚਲਾਇਆ ਹੈ ਜਾਂ ਪ੍ਰੋਗਰਾਮ ਕਹਿ ਸਕਦੇ ਹੋ, ਠੀਕ ਹੈ। ਸੋ ਇਹ ਸਾਡੇ ਕੰਟਰੀ ਦੇ ਵਿੱਚ ਚੱਲ ਰਿਹਾ। ਇਸ ਦੇ ਤਹਿਤ ਕੀ ਹੈ, ਸਿੱਕਮ ਜਿਹੜੀ ਸਟੇਟ ਹੈ ਉਸ ਨੂੰ ਅਸੀਂ ਸਾਡੀ ਨੈਸ਼ਨਲ ਕੈਪੀਟਲ ਦਿੱਲੀ ਦੇ ਨਾਲ ਪੇਅਰ ਕਰ ਰਹੇ ਹਾਂ, ਮਤਲਬ ਜੋੜ ਰਹੇ ਹਾਂ। ਇਸ ਦੇ ਵਿੱਚ ਕੀ ਹੈ, ਜਿਹੜੇ ਸਮ ਸਟੂਡੈਂਟਸ ਹੋਣਗੇ ਜਾਂ ਟੀਚਰਸ ਹੋਣਗੇ ਉਹ ਇੱਕ ਦੂਜੇ ਦੇ ਵਿੱਚ ਵਿਜ਼ਿਟ ਕਰਨਗੇ, ਇੱਕ ਦੂਜੇ ਸਟੇਟ ਦੇ ਵਿੱਚ, ਠੀਕ ਹੈ। ਇੱਕ ਦੂਜੇ ਸਟੇਟ ਦੇ ਵਿੱਚ ਵਿਜ਼ਿਟ ਕਰਨਗੇ। ਉਸ ਦੇ ਨਾਲ ਕੀ ਹੋਏਗਾ, ਜਿਹੜਾ ਸਾਡਾ ਕਲਚਰ ਹੈ ਉਹ ਐਕਸਚੇਂਜ ਹੋਏਗਾ। ਜਿਹੜਾ ਕਿ ਟਾਈਮ ਟੂ ਟਾਈਮ ਜਿਹੜਾ ਸਾਡਾ ਕਲਚਰ ਹੈ ਉਹ ਕੀ ਹੈ, ਇੱਕ ਦੂਜੇ ਦੀ ਜਗ੍ਹਾ ਦੇ ਉੱਪਰ ਜਦੋਂ ਜਾਣਗੇ ਇਹ ਐਕਸਚੇਂਜ ਹੋਏਗਾ। ਜਿਹੜੇ ਸਾਡੇ ਉਹਨਾਂ ਦੇ ਫੂਡ ਫੈਸਟੀਵਲਸ ਨੇ, ਡਾਂਸ ਫੈਸਟੀਵਲਸ ਨੇ, ਉਹ ਸਾਰੇ ਐਕਸਚੇਂਜ ਹੋਣਗੇ। ਉਹ ਜਿਹੜੇ ਪੀਪਲ ਟੂ ਪੀਪਲ ਕੰਟੈਕਟ ਹੋਏਗਾ ਉਸ ਦੇ ਨਾਲ ਕੀ ਹੈ, ਇਹ ਸਟਰੈਂਥ ਕਰੇਗਾ ਸਾਡੇ ਬੌਂਡ ਨੂੰ ਬਿਟਵੀਨ ਦਿੱਲੀ ਐਂਡ ਸਿੱਕਮ, ਕਿ ਦਿੱਲੀ ਅਤੇ ਸਿੱਕਮ ਦੇ ਲੋਕ ਆਪਸ ਦੇ ਵਿੱਚ ਇੱਕ ਹੋ ਜਾਣਗੇ, ਠੀਕ ਹੈ ਜੀ। ਸੋ ਇਹ ਜਿਹੜਾ ਕਿਹਨਾਂ ਸਟੇਟਸ ਨੂੰ ਜੋੜਿਆ ਗਿਆ, ਦਿੱਲੀ ਨੂੰ ਸਿੱਕਮ ਦੇ ਨਾਲ ਜੋੜਿਆ ਗਿਆ। ਕਿਹੜੇ ਮਿਸ਼ਨ ਦੇ ਤਹਿਤ, ਏਕ ਭਾਰਤ ਸ਼੍ਰੇਸ਼ਠ ਭਾਰਤ। ਸਿੱਕਮ ਦਿਖਾਉਣਾ ਮੈਂ ਤੁਹਾਨੂੰ, ਇਹ ਜਿਹੜਾ ਤੁਸੀਂ ਮੈਪ ਦੇਖ ਰਹੇ ਹੋ ਇਹ ਹੈਗੀ ਜੀ ਸਿੱਕਮ ਸਟੇਟ, ਔਰ ਸਿੱਕਮ ਸਟੇਟ ਦੀ ਕੈਪੀਟਲ ਹੈਗੀ ਗੰਗਟੋਕ, ਔਰ ਸਿੱਕਮ ਦੇ ਗਵਰਨਰ ਹੈਗੇ ਨੇ ਗੰਗਾ ਪ੍ਰਸਾਦ, ਔਰ ਸਿੱਕਮ ਦੇ ਮੁੱਖ ਮੰਤਰੀ ਹੈਗੇ ਜੀ ਪ੍ਰੇਮ ਸਿੰਘ ਤਾਮੰਗ, ਠੀਕ ਹੈ ਜੀ। ਐਂਡ ਯੂ ਆਰ ਵਾਚਿੰਗ ਦਿਸ ਵੀਡੀਓ ਔਨ YouTube ਚੈਨਲ GK ਫੈਨਸ। ਜਿਹੜੇ ਸਟੂਡੈਂਟ ਪਹਿਲੀ ਵਾਰ ਦੇਖ ਰਹੇ ਆ ਸਾਡੇ GK ਫੈਨ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਠੀਕ ਹੈ ਜੀ। ਔਰ ਵੀਡੀਓ ਦੇ ਲਾਸਟ ਉੱਪਰ ਲੋਗੋ ਵੀ ਆਏਗਾ, ਉਸ ਉੱਪਰ ਕਲਿੱਕ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਠੀਕ ਹੈ। ਸੋ ਨਾਲ ਪ੍ਰਮੋਸ਼ਨ ਵੀ ਚਾਹੀਦੀ ਆਪਣੇ ਚੈਨਲ ਦੀ, ਠੀਕ ਹੈ ਜੀ। ਸੋ ਹੂ ਇਜ਼ ਦਾ ਆਥਰ ਆਫ ਦਾ ਲਾਂਚ ਬੁੱਕ, ਠੀਕ ਹੈ। ਇੱਕ ਨਵੀਂ ਬੁੱਕ ਆਈ ਹੈ, ਬੁੱਕ ਦਾ ਨਾਮ ਹੈਗਾ ਬਰਾਈਡ ਆਫ ਦਾ ਫੋਰੈਸਟ ਦਾ ਅਨਟੋਲਡ ਸਟੋਰੀ ਆਫ ਯਯਾਤੀ ਡਾਟਰਸ, ਠੀਕ ਹੈ। ਸੋ ਇਹ ਬੁੱਕ ਦਾ ਨਾਮ ਹੈ ਬਰਾਈਡ ਆਫ ਫੋਰੈਸਟ ਦਾ ਅਨਟੋਲਡ ਸਟੋਰੀ ਆਫ ਯਯਾਤੀ ਡਾਟਰ। ਕਿਹਨਾਂ ਨੇ ਲਿਖੀ ਹੈ, ਇਹ ਲਿਖੀ ਹੈ ਜੀ ਮਾਧਵੀ ਮਹਾਦੇਵਨ ਨੇ। ਮਾਧਵੀ ਮਹਾਦੇਵਨ ਇਹ ਲੇਡੀ ਆ ਜਿਨ੍ਹਾਂ ਨੇ ਇਹ ਕਿਤਾਬ ਲਿਖੀ ਆ। ਇਸ ਦੇ ਵਿੱਚ ਕੀ ਦਿਖਾਇਆ ਗਿਆ, ਇਹਦੇ ਵਿੱਚ ਦਿਖਾਇਆ ਕਿ ਹਾਊ ਸੁਸਾਇਟੀ ਸੀ ਐਂਡ ਟਰੀਟ ਵੂਮੈਨ। ਜਿਹੜੀ ਸਾਡੀ ਸੁਸਾਇਟੀ ਆ ਵੂਮੈਨਸ ਨੂੰ ਕਿਸ ਤਰ੍ਹਾਂ ਦੇਖਦੀ ਆ, ਕਿਸ ਤਰ੍ਹਾਂ ਉਹਨਾਂ ਨਾਲ ਟਰੀਟ ਕਰਦੀ ਆ। ਜਿਹੜੀ ਇਹ ਇਹਨਾਂ ਦੀ ਕਿਤਾਬ ਸੀ ਉਸ ਨੂੰ ਇੱਕ ਅਵਾਰਡ ਮਿਲਿਆ, ਓਟਹਰ ਅਵਾਰਡ 2021। ਕਿਹੜੀ ਕੈਟਾਗਰੀ ਦੇ ਵਿੱਚ, ਫਿਕਸ਼ਨ ਕੈਟਾਗਰੀ ਦੇ ਵਿੱਚ। ਇਹ ਜਿਹੜੀ ਕਿਤਾਬ ਹੈ ਫਿਕਸ਼ਨ ਕੈਟਾਗਰੀ ਦੇ ਉੱਪਰ ਬਣਾਈ ਗਈ ਹੈ, ਠੀਕ ਹੈ। ਫਿਕਸ਼ਨ ਕੈਟਾਗਰੀ ਕਹਿੰਦੇ ਕਿ ਜਿਹੜੀਆਂ ਸਟੋਰੀਜ਼ ਰੀਅਲ ਵਿੱਚ ਐਗਜ਼ਿਸਟ ਨਹੀਂ ਕਰਦੀਆਂ ਵੈਸੇ ਹੀ ਆਥਰ ਨੇ ਬਣਾਈਆਂ ਹੁੰਦੀਆਂ ਨੇ, ਉਹਨਾਂ ਦੀ ਕ੍ਰੀਏਟਿਵਿਟੀ ਹੁੰਦੀ ਹੈ, ਠੀਕ ਹੈ। ਸੋ ਫਿਕਸ਼ਨ ਕੈਟਾਗਰੀ ਦੇ ਵਿੱਚ ਇਸ ਕਿਤਾਬ ਨੂੰ ਕੀ ਅਵਾਰਡ ਮਿਲਿਆ ਸੀ, ਇਸੇ ਕਰਕੇ ਇਹ ਬੁੱਕ ਨਿਊਜ਼ ਦੇ ਵਿੱਚ ਆ ਗਈ। ਬੁੱਕ ਦਾ ਨਾਮ ਹੈਗਾ ਬਰਾਈਡ ਆਫ ਫੋਰੈਸਟ ਦਾ ਅਨਟੋਲਡ ਸਟੋਰੀ ਆਫ ਯਯਾਤੀ ਡਾਟਰ। ਆਥਰ ਜ਼ਰੂਰ ਯਾਦ ਰੱਖਣੀ ਆ, ਮਾਧਵੀ ਮਹਾਦੇਵਨ, ਠੀਕ ਹੈ ਜੀ। ਸੋ ਹੁਣ ਟਾਈਮ ਆ ਗਿਆ ਜੀ ਕੁਐਸਚਨ ਆਫ ਦਾ ਡੇ ਦਾ, ਠੀਕ ਹੈ। ਸੋ ਇਹ ਕੁਐਸਚਨ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਵੀ ਪੁੱਛੂੰਗਾ। ਸੋ ਅਗਰ ਤੁਸੀਂ ਵੀਡੀਓ ਧਿਆਨ ਦੇ ਨਾਲ ਦੇਖੀ ਆ ਤਾਂ ਤੁਸੀਂ ਇਹ ਈਜ਼ੀਲੀ ਆਨਸਰ ਕਰ ਪਾਓਗੇ। ਪਹਿਲਾ ਕੁਐਸਚਨ ਹੈਗਾ ਜੀ ਅਮਰੀਕਾ ਨੇ ਜਿਹੜੀ ਮਿਲਟਰੀ ਐਕਸਰਸਾਈਜ਼ ਕਰੀ ਹੈ ਗਾਸਵੈਕਸ 21 ਕਿਹੜੇ ਦੇਸ਼ਾਂ ਨਾਲ ਮਿਲ ਕੇ ਕਰੀ ਹੈ। ਸੋ ਇਸ ਕੁਐਸਚਨ ਦਾ ਆਨਸਰ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਦੱਸਣਾ। ਬਾਕੀ ਦੋ ਹੋਰ ਕੁਐਸਚਨ ਨੇ, ਇੱਕ ਹੈਗਾ ਜੀ ਦਿੱਲੀ ਨੂੰ ਕਿਹੜੀ ਸਟੇਟ ਦੇ ਨਾਲ ਅਸੀਂ ਜੋੜ ਰਹੇ ਹਾਂ, ਕਿਹੜੇ ਮਿਸ਼ਨ ਦੇ ਅੰਡਰ, ਏਕ ਭਾਰਤ ਸ਼੍ਰੇਸ਼ਠ ਭਾਰਤ ਪ੍ਰੋਗਰਾਮ ਦੇ ਅੰਡਰ। ਔਰ ਥਰਡ ਕੁਐਸਚਨ ਹੈਗਾ ਜੀ ਕੈਪੀਟਲ ਆਫ ਈਰਾਨ ਕੰਟਰੀ, ਈਰਾਨ ਦੇਸ਼ ਦੀ ਕੈਪੀਟਲ ਕੀ ਹੈ, ਠੀਕ ਹੈ ਜੀ। ਸੋ ਇਹ ਤਿੰਨੋਂ ਕੁਐਸਚਨ ਦਾ ਆਨਸਰ ਤੁਸੀਂ ਮੈਨੂੰ ਆਪਣਾ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਜ਼ਰੂਰ ਦੱਸਣਾ। ਸੋ ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਵੀਡੀਓ। ਜਿਹੜੇ ਸਟੂਡੈਂਟਸ ਨੂੰ PDF ਚਾਹੀਦੀ ਹੁੰਦੀ ਆ, ਟੈਲੀਗ੍ਰਾਮ ਦੇ ਉੱਪਰ ਗਰੁੱਪ ਹੈਗਾ ਜੀ, ਸਰਚ ਮਾਰਨਾ GK ਫੈਨਸ ਅਫੀਸ਼ੀਅਲ ਗਰੁੱਪ, ਇਸ ਨੂੰ ਜੁਆਇਨ ਕਰ ਲਿਓ। ਇੱਥੇ ਮੈਂ ਤੁਹਾਨੂੰ PDFs ਪ੍ਰੋਵਾਈਡ ਕਰਾ ਦੂੰਗਾ। ਔਰ ਜਿਹੜੇ ਮੇਰੇ ਫਰੈਂਡਸ ਮੇਰੇ ਦੋਸਤ ਮਿੱਤਰ ਬਣਨਾ ਚਾਹੁੰਦੇ ਨੇ ਤਾਂ ਫੇਸਬੁੱਕ ਦੇ ਉੱਪਰ ਪੇਜ ਬਣਿਆ ਹੋਇਆ ਮੇਰਾ ਸੈਮ ਬਲੌਗਸ, ਠੀਕ ਹੈ। ਮੈਂ ਬਲੌਗ ਵਗੈਰਾ ਪਾਉਂਦਾ ਰਹਿਣਾ ਇਸ ਦੇ ਉੱਪਰ, ਤਾਂ ਤੁਸੀਂ ਪੇਜ ਜ਼ਰੂਰ ਲਾਈਕ ਕਰ ਸਕਦੇ ਹੋ, ਠੀਕ ਹੈ ਜੀ। ਸੋ ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ। ਅੱਜ ਦੀ ਵੀਡੀਓ ਦਾ ਮੈਂ ਟਾਰਗੇਟ ਰੱਖਦਾ ਜੀ 100 ਲਾਈਕਸ। ਔਰ ਤੁਹਾਡਾ ਕੋਈ ਸੁਝਾਅ ਹੈ ਪਲੀਜ਼ ਰਾਈਟ ਇਨ ਆ ਕਮੈਂਟ ਬਾਕਸ। ਔਰ ਵੀਡੀਓ ਨੂੰ ਪਲੀਜ਼ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਥੈਂਕ ਯੂ।